ਵਾਹਿਗੁਰੂ। ਸਤਿਨਾਮ। ਵਾਹਿਗੁਰੂ ਸਾਹਿਬ ਜੀ। ਕਵਨ ਕਾਜ ਸਿਰਜੇ ਜਗ ਭੀਤਰ, ਜਨਮ ਕਵਨ ਫਲ ਪਾਇਆ। ਭਾਵ ਨਿਧ ਤਰਨ ਤਾਰਨ ਕਿਰਪਾ ਨਿਧ, ਇਕ ਨਿਮਖ ਨਾ ਇਹ ਮਨ ਲਾਇਆ। गोविंद हम ऐसे अपराधी, जिन प्रभ जियो पिंड था दिया। तिसकी भाव भगत नहीं साधी, जिन प्रभ जियो पिंड था दिया। तिसकी भाव भगत नहीं साधी। करणो हो तो सो ना कियो, परयो लोभ कै फंद। नानक समयो रम गयो, अब क्यों रोवत अंध। नानक समयो रम गयो, अब क्यों रोवत अंध। परम सन्मानयोग जुग जुग अटल, चवर छतर तख्त दे मालक, कुल कायनात दे रहबर, सुखां दे सागर दया दे खजाने परम कृपालु पातशाह। धन धन गुरु ग्रंथ साहिब महाराज जी दी पावन मुकद्दस गोद दे विच सज के इलाही गुरबाणी दा रस पीना, कीर्तन सरवण करन दा सुभाग समा प्राप्त होया। आओ साथ संगत, जिथे बड़े प्यार दे नाल कीर्तन दे विच हाज़री लवाई है, उत्थे कुछ को समा जो धन गुरु तेग बहादुर महाराज जी दे पावन सलोकां दी विचार चल रही है, उस विचार लड़ी नूं अगे तोरदियां होया जो अज दा पावन सलोक है। करनो हो तो सो ना कियो, परयो लोभ कै फंद। नानक समयो रम गयो, अब क्यों रोवत अंध। 36वां 36th सलोक है सतगुरां दा। पातशाह जी कहते जो करना सी वो कीता नहीं, लालच विच फस गया, समा लंघ गया ते हुण पछतावा है। साहिब जी की समझा रहे ने इन्हां पावन वचनां दे विच, आओ समझण दी कोशिश करिए। विचारां दी आरंभता तो पहलां साहिबां दे चरनां दे विच झुकाउंदियां होइयां सीस करिए अरज़ोई, हे मेरे मालक जी कृपा करो, किते मन दा टिका नसीब हो जाए। क्योंकि मन टिकेगा, मन टिका दे विच आएगा, कीती हुई संगत सफली हो जाएगी। साहिब जी कृपा करन। आओ दसम पातशाह वालों बख्शी फतेह दी सांझ पाइए। सारे प्यार सत्कार नाल बुलाओ जी। वाहिगुरु जी का खालसा, वाहिगुरु जी की फतेह। साध संगत जी कुछ समा ना, कुछ नहीं काफ़ी समा
ਜੋ ਕੀਰਤਨ ਤੇ ਕਥਾ ਨਾ ਉਹ ਅਖੰਡ ਪਾਠ ਰੂਮ ਦੇ ਵਿੱਚ ਹੁੰਦੀ ਰਹੀ ਹੈ। ਤੇ ਉੱਥੇ ਬੈਠ ਕੇ ਜਦੋਂ ਫਤਿਹ ਬੁਲਾਉਣੀ ਤੇ ਉੱਪਰ ਸੁਣਾਈ ਨਹੀਂ ਦਿੰਦੀ ਕਿ ਸਾਧ ਸੰਗਤ ਨੇ ਕਿਸ ਆਵਾਜ਼ ਦੇ ਵਿੱਚ ਫਤਿਹ ਬੁਲਾਈ ਹੈ। ਕਾਫੀ ਲੰਬੇ ਸਮੇਂ ਬਾਅਦ ਅੱਜ ਸਾਹਿਬ ਜੀ ਦੀ ਹਜ਼ੂਰੀ ਵਿੱਚ ਦਰਬਾਰ ਦੇ ਵਿੱਚ ਸੱਜ ਕੇ ਵਿਚਾਰ ਸਾਂਝੇ ਕਰ ਰਹੇ ਹਾਂ। ਤੇ ਮੇਰੇ ਖਿਆਲ 'ਚ ਹੈ ਕਿ ਸਾਲਕ ਦਾ ਤਕਰੀਬਨ ਸਾਲਕ ਦਾ ਸਮਾਂ ਹੋ ਗਿਆ, ਆਵਾਜ਼ ਸਾਡੀ ਮੱਧਮ ਹੋ ਗਈ ਹੈ। ਆਓ ਦੁਬਾਰਾ ਫੇਰ ਬੁਲੰਦ ਆਵਾਜ਼ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਕਹਿੰਦੇ ਆ ਨਾ, ਸਾਹਿਬ ਜੀ ਕਹਿੰਦੇ ਰਸਨਾ ਪਵਿੱਤਰ ਹੁੰਦੀ ਹੈ। ਜਦੋਂ ਮੌਕਾ ਮਿਲੇ ਉਦੋਂ ਆਪਣੀ ਜ਼ੁਬਾਨ ਤੋਂ ਵਾਹਿਗੁਰੂ ਕਹਿ ਲੈਣਾ ਚਾਹੀਦਾ ਹੈ। ਤੇ ਜਦੋਂ ਆਪਾਂ ਫਤਿਹ ਬੁਲਾਉਂਦੇ ਹਾਂ 2 ਵਾਰ ਤੇ ਜ਼ੁਬਾਨ ਤੋਂ ਵਾਹਿਗੁਰੂ ਲਫ਼ਜ਼ ਆਉਂਦਾ ਹੀ ਹੈ। ਸੋ ਉੱਚੀ ਆਵਾਜ਼ ਦੇ ਵਿੱਚ ਬੁਲਾਇਆ ਕਰੀਏ। ਸਾਧ ਸੰਗਤ, ਰਾਮਕਲੀ ਰਾਗ ਦੇ ਵਿੱਚ ਭਾਈ ਸੱਤੇ ਤੇ ਬਲਵੰਡ ਦੀ ਵਾਰ ਹੈ। ਉਸ ਵਾਰ ਦੇ ਵਿੱਚ ਭਾਈ ਸਾਹਿਬ ਜੀ ਨੇ ਬੜੀ ਪਿਆਰੀ ਗੱਲ ਕਹੀ। ਯਾਦ ਰਹੇ, ਇਹ ਭਾਈ ਸੱਤਾ ਤੇ ਬਲਵੰਡ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਕੀਰਤਨ ਦੀ ਸੇਵਾ ਨਿਭਾਇਆ ਕਰਦੇ ਸੀ। ਇਹਨਾਂ ਦੋਨਾਂ ਨੇ ਸਤਿਗੁਰਾਂ ਦੀ ਉਸਤਤ ਕਰਦਿਆਂ ਹੋਇਆਂ ਪਹਿਲੇ 5 ਗੁਰੂ ਸਾਹਿਬਾਨ ਜਿਹੜੇ ਨੇ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਜੀ ਤੱਕ, ਸਾਹਿਬਾਂ ਦੀ ਵਡਿਆਈ ਦੇ ਵਿੱਚ ਇੱਕ ਵਾਰ ਉਚਾਰਨ ਕੀਤੀ, ਲਿਖੀ। ਉਸ ਵਾਰ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਨੇ ਐਡ ਕਰ ਦਿੱਤਾ। ਉਸ ਵਾਰ ਦੇ ਵਿੱਚ ਬੜਾ ਪਿਆਰਾ ਬਚਨ ਹੈ। ਪਤਾ ਕੀ ਕਹਿੰਦੇ? ਕਹਿੰਦੇ ਇੱਕ ਜਗ੍ਹਾ ਪਾਣੀ ਖਲੋਤਾ ਹੋਵੇ, ਕਾਫੀ ਸਮੇਂ ਤੋਂ ਖਲੋਤਾ ਹੋਵੇ ਪਾਣੀ, ਤੇ ਤੁਸੀਂ ਦੇਖਦੇ ਹੋ ਪਾਣੀ ਦੇ ਉੱਤੇ ਬੂਰ ਆ ਜਾਂਦਾ ਹੈ। ਉਸ ਬੂਰ ਨੂੰ ਅਸੀਂ ਪੰਜਾਬੀ 'ਚ ਬੂਰ ਕਹਿੰਦੇ ਆ ਤੇ ਇੰਗਲਿਸ਼ 'ਚ ਕਹਿੰਦੇ ਨੇ ਐਲਗੀ, ਆ ਜਾਂਦਾ ਹੈ। ਉਹ ਪਾਣੀ ਨੂੰ ਖਰਾਬ ਕਰ ਦਿੰਦਾ ਹੈ, ਪੀਣ ਯੋਗ ਨਹੀਂ ਰਹਿੰਦਾ। ਸਤਿਗੁਰੂ ਜੀ ਕਹਿੰਦੇ ਜਿਸ ਤਰ੍ਹਾਂ ਐਲਗੀ ਪਾਣੀ ਨੂੰ ਖਰਾਬ ਕਰ ਦਿੰਦਾ ਹੈ, ਉਸੇ ਤਰ੍ਹਾਂ ਇੱਕ ਐਸੀ ਵਸਤੂ ਵੀ ਹੈ ਜਿਹੜੀ ਇਨਸਾਨ ਨੂੰ ਵੀ ਖਰਾਬ ਕਰ ਦਿੰਦੀ ਹੈ। ਉਹ ਕਿਹੜੀ ਹੈ? ਬਚਨ ਪੜ੍ਹੀਏ ਆਪਾਂ। ਪਾਤਸ਼ਾਹ ਜੀ ਕਹਿੰਦੇ, ਲਬ ਵਿਣਾ ਹੈ ਮਾਨਸਾ ਜਿਉਂ ਪਾਣੀ ਬੂਰ। ਜਿਸ ਤਰ੍ਹਾਂ ਪਾਣੀ ਦੇ ਉੱਤੇ ਉਹ ਬੂਰ ਆ ਗਿਆ, ਐਲਗੀ ਆ ਗਈ, ਪਾਣੀ ਖਰਾਬ ਹੋ ਗਿਆ, ਉਸੇ ਤਰ੍ਹਾਂ ਜਦੋਂ ਇਨਸਾਨ ਦੇ ਅੰਦਰ ਲਬ ਮੀਨਸ ਲਾਲਚ, ਗਰੀਡ ਆ ਜਾਂਦਾ ਹੈ, ਇਨਸਾਨ ਵੀ ਖਰਾਬ ਹੋ ਜਾਂਦਾ ਹੈ। ਲਾਲਚ ਕੀ ਹੈ? ਕੀ ਹੈ ਲੋਭ? ਅਸਲ ਦੇ ਵਿੱਚ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਜਾਂ ਸਿੱਖ ਇਤਿਹਾਸ ਨੂੰ ਪੜ੍ਹੀਏ ਜਾਂ ਸਿਧਾਂਤਾਂ ਨੂੰ, ਗੁਰਮਤ ਦੇ ਜਿਹੜੇ ਸਿਧਾਂਤ ਨੇ ਉਹਨਾਂ ਨੂੰ ਪੜ੍ਹੀਏ, ਤੇ ਸਤਿਗੁਰਾਂ ਨੇ ਬਾਣੀ ਦੇ ਵਿੱਚ ਵੀ ਤੇ ਹਿਸਟਰੀ ਦੇ ਵਿੱਚ ਵੀ ਕਿਤੇ ਨਹੀਂ ਕਿਹਾ ਇਨਸਾਨ ਨੂੰ ਕਿ ਤੂੰ ਮਾਇਆ ਦਾ ਬਿਲਕੁਲ ਤਿਆਗ ਕਰ ਦੇ। ਹਾਂ, ਇੰਨੀ ਗੱਲ ਜ਼ਰੂਰ ਕਹੀ, ਤੂੰ ਕਿਰਤ ਕਰ ਪਰ ਚੰਗੀ ਕਿਰਤ ਕਰ, ਤੇਰੀ ਓਨੈਸਟ ਲਿਵਿੰਗ ਹੋਣੀ ਚਾਹੀਦੀ ਹੈ, ਤੇਰੀ ਕਿਰਤ ਚੰਗੀ ਹੋਣੀ ਚਾਹੀਦੀ ਹੈ। 10 ਨੌਵਾਂ ਦੀ ਕਿਰਤ ਕਰ, ਉਸ ਕਿਰਤ ਦੇ ਵਿੱਚ ਕਿਸੇ ਦਾ ਹੱਕ ਨਹੀਂ ਮਾਰਿਆ ਹੋਣਾ ਚਾਹੀਦਾ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਆਪਾਂ 3 ਸਿਧਾਂਤ ਪੜ੍ਹਦੇ ਹਾਂ, ਉਹਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਕਹਿੰਦੇ ਕਿਰਤ ਕਰੋ, ਕਿਰਤ ਕਰਨੀ ਹੈ। ਉਹ ਕਿਰਤ ਜਿਹੜੀ ਹੈ ਉਹ ਸੱਚੀ ਸੁੱਚੀ ਹੋਣੀ ਚਾਹੀਦੀ ਹੈ, ਉਹਦੇ ਵਿੱਚ ਕਿਸੇ ਦਾ ਹੱਕ ਨਾ ਮਾਰਿਆ ਹੋਵੇ, ਕਿਸੇ ਨੂੰ ਲੁੱਟਿਆ ਨਾ ਹੋਵੇ, ਕਿਉਂਕਿ ਜੇਕਰ ਉਹ ਸਭ ਕੁਝ ਵਿੱਚ ਆ ਗਿਆ ਤੇ ਫਿਰ ਉਹ ਕਿਰਤ ਓਨੈਸਟ ਲਿਵਿੰਗ ਨਹੀਂ ਰਹੇਗੀ, ਉਹਦੇ ਵਿੱਚ ਹੋਰਾਂ ਦਾ ਖੂਨ ਮਿਲ ਜਾਏਗਾ, ਜਿਹੜਾ ਕਿ ਗੁਰਮਤ ਦੇ ਵਿੱਚ ਗੁਰੂ ਸਾਹਿਬ ਦੀ ਨਜ਼ਰ ਦੇ ਵਿੱਚ ਪ੍ਰਵਾਨ ਨਹੀਂ। ਤੇ ਸਾਧ ਸੰਗਤ, ਸਾਹਿਬ ਜੀ ਕਹਿੰਦੇ ਕਿਰਤ ਕਰ। ਜਦੋਂ ਕਿਰਤ ਕਰਦਿਆਂ ਕਰਦਿਆਂ, ਆਪਣਾ ਕੰਮ ਕਰਦਿਆਂ, ਆਪਣਾ ਬਿਜ਼ਨਸ ਕਰਦਿਆਂ ਮੇਰੀ ਇੱਛਾ ਹੋਰ ਅਗਾਂਹ ਨੂੰ ਵਧਣੀ ਸਟਾਰਟ ਹੋ ਜਾਂਦੀ ਹੈ ਨਾ, ਮੈਨੂੰ ਇਹ ਵਸਤੂ ਮਿਲੀ, ਉਹ ਮਿਲਦਿਆਂ ਸਾਰੀ ਮੇਰੇ ਅੰਦਰ ਇੱਕ ਇੱਛਾ ਪੈਦਾ ਹੋ ਗਈ ਕਿ ਇਹ ਵੀ ਮਿਲੇ, ਉਹ ਮਿਲੀ, ਨਾਲ ਹੀ ਹੋਰ ਇੱਛਾ, ਹੋਰ ਡਿਜ਼ਾਇਰ ਵੱਧ ਗਈ ਕਿ ਇਹ ਵੀ ਮਿਲ ਜਾਏ, ਉਹ ਮਿਲ ਗਈ, ਫਿਰ ਅੱਗੇ ਇੱਛਾ ਵੱਧ ਗਈ। ਇਹ ਲਾਲਚ ਹੈ, ਇਹਨੂੰ ਲੋਭ ਕਹਿੰਦੇ ਨੇ। ਜੋ ਕੁਝ ਪ੍ਰਮਾਤਮਾ ਵੱਲੋਂ ਸਾਨੂੰ ਮਿਲ ਰਿਹਾ ਹੈ, ਜੋ ਉਹ ਰੱਬ ਸਾਨੂੰ ਤਰੁੱਠ ਕੇ ਦਾਤਾਂ ਦਿੰਦਾ ਪਿਆ ਹੈ, ਉਹਨਾਂ ਨੂੰ ਯੂਜ਼ ਕਰਨਾ, ਯੂਜ਼ ਕਰਦਿਆਂ ਹੋਇਆਂ ਉਹਦਾ ਸ਼ੁਕਰਾਨਾ ਕਰਨਾ, ਉਹਦਾ ਥੈਂਕਸ ਕਰਨਾ ਸਾਡਾ ਫਰਜ਼ ਬਣਦਾ ਹੈ। ਉਹ ਦੇਈ ਜਾ ਰਿਹਾ ਹੈ। ਅਣਮੰਗਿਆ ਦਾਨ ਦੇਵਣਾ ਸਭਨਾ ਹਾਜੀਆਂ। ਉਹ ਪ੍ਰਮਾਤਮਾ ਸਾਨੂੰ ਬਿਨਾਂ ਮੰਗਿਆਂ ਵੀ ਦਾਤਾਂ ਦੇਈ ਜਾ ਰਿਹਾ ਹੈ। ਪਰ ਜਦੋਂ ਉਹਦੀਆਂ ਦਾਤਾਂ ਦਾ ਸ਼ੁਕਰਾਨਾ ਛੱਡ ਕੇ ਸਾਡੇ ਅੰਦਰ ਡਿਜ਼ਾਇਰਸ ਜਿਹੜੀਆਂ ਨੇ ਵੱਧ ਜਾਂਦੀਆਂ ਨੇ ਨਾ, ਉਹ ਫਿਰ ਲਾਲਚ ਦਾ ਰੂਪ ਧਾਰਨ ਕਰ ਲੈਂਦੀਆਂ ਨੇ, ਉਹਨੂੰ ਲੋਭ ਕਿਹਾ ਜਾਂਦਾ ਹੈ।
ਤੇ ਇਹ ਜਿਹੜਾ ਲੋਭ ਅੰਦਰ ਕ੍ਰੀਏਟ ਹੋ ਗਿਆ, ਬਣ ਗਿਆ, ਇਹ ਲੋਭ ਖਤਰਨਾਕ ਹੈ। ਤੇ ਕਿਤੇ ਬਾਣੀ ਪੜ੍ਹਿਓ, ਜਿਹੜੇ ਬਾਣੀ ਪੜ੍ਹਦੇ ਨੇ ਉਹਨਾਂ ਨੂੰ ਪਤਾ ਹੋਏਗਾ ਕਿ ਸਤਿਗੁਰਾਂ ਨੇ ਇਸ ਲੋਭ ਨੂੰ ਇੱਕ ਐਸੇ ਕੁੱਤੇ ਦੇ ਨਾਲ ਕੰਪੇਅਰ ਕੀਤਾ ਹੈ ਜਿਹੜਾ ਹਲਕਾ ਗਿਆ। ਲੋਭ ਲਹਿਰ ਸਭ ਸੁਆਨ ਹਲਕ ਹੈ, ਹਲਕਿਓ ਸਭੈ ਬਿਗਾਰੇ। ਹਲਕਾ ਕੁੱਤਾ, ਹਲਕਾ ਕੁੱਤਾ ਮਤਲਬ ਜਿਹਨੂੰ ਕੀ ਅੰਗਰੇਜ਼ੀ 'ਚ ਤੁਸੀਂ ਕਹਿੰਦੇ ਹੋ ਜੀ, ਰੇਬੀਜ਼ ਹੋ ਜਾਂਦੀ ਹੈ ਜਿਹਨੂੰ, ਜਿਹੜਾ ਪਾਗਲ ਹੋ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਇੱਕ ਪਾਗਲ ਕੁੱਤਾ ਜਿਹੜਾ ਦੌੜਦਾ ਹੋਇਆ ਲੋਕਾਂ ਨੂੰ ਕੱਟਦਾ ਫਿਰਦਾ, ਜਿਸ ਨੂੰ ਕੱਟਿਆ ਉਹ ਵੀ ਬਿਮਾਰ ਹੋ ਜਾਂਦਾ ਹੈ। ਸਾਹਿਬ ਜੀ ਕਹਿੰਦੇ ਉਸ ਪਾਗਲ ਕੁੱਤੇ ਦੇ ਵਿੱਚ ਤੇ ਲਾਲਚੀ ਇਨਸਾਨ ਦੇ ਵਿੱਚ ਫਰਕ ਕੋਈ ਨਹੀਂ ਜੀ, ਕਿਉਂਕਿ ਪਾਗਲ ਕੁੱਤੇ ਨੂੰ ਵੀ ਸਮਝ ਨਹੀਂ ਹੈ ਕਿ ਮੈਂ ਕੱਟਣਾ ਹੈ ਜਾਂ ਨਹੀਂ ਕੱਟਣਾ। ਜੇ ਮੈਂ ਕੱਟਿਆ ਤੇ ਕਿਸੇ ਨੂੰ ਕੀ ਨੁਕਸਾਨ ਹੋ ਸਕਦਾ ਹੈ, ਉਹਨੂੰ ਨਹੀਂ ਸਮਝ, ਉਹ ਕੱਟੇਗਾ। ਲਾਲਚੀ ਬੰਦੇ ਨੂੰ ਵੀ ਸਮਝ ਨਹੀਂ ਜੇ ਲੱਗਦੀ ਜਦੋਂ ਲਾਲਚ ਵਿੱਚ ਫਸ ਜਾਂਦਾ ਹੈ। ਜਦੋਂ ਲਾਲਚ ਅੰਦਰ ਵੱਧ ਜਾਂਦਾ ਹੈ ਨਾ, ਕੋਈ ਸਮਝ ਨਹੀਂ ਜੇ ਰਹਿੰਦੀ। ਇੱਕ ਸਟੋਰੀ ਤੁਸੀਂ ਬਚਪਨ ਤੋਂ ਹੀ ਸ਼ਾਇਦ ਪੜ੍ਹੀ ਜਾਂ ਸੁਣੀ ਹੋਵੇਗੀ, ਲਾਲਚੀ ਕੁੱਤੇ ਵਾਲੀ। ਹੱਡੀ ਮਿਲਦੀ ਹੈ ਨਾ ਉਸ ਨੂੰ ਖਾਣ ਵਾਸਤੇ, ਬ੍ਰਿਜ ਤੋਂ ਗੁਜ਼ਰਦਾ ਪਿਆ ਹੈ, ਪਾਣੀ ਥੱਲੇ ਨਦੀ, ਪਰਛਾਵਾਂ ਆਪਣਾ ਸ਼ੈਡੋ ਦੇਖਦਾ ਹੈ, ਮਨ ਦੇ ਵਿੱਚ ਆ ਜਾਂਦਾ ਇੱਕ ਤਾਂ ਮੇਰੇ ਕੋਲ ਹੈ, ਕਿਉਂ ਨਾ ਜਿਹੜੀ ਉਸ ਕੁੱਤੇ ਦੇ ਮੂੰਹ ਦੇ ਵਿੱਚ ਹੈ ਮੈਂ ਉਹ ਵੀ ਲੈ ਲਵਾਂ। ਕੀ ਕਰਦਾ ਹੈ, ਜਦੋਂ ਹੀ ਆਪਣਾ ਮੂੰਹ ਖੋਲਦਾ ਹੈ ਭੌਂਕਣ ਵਾਸਤੇ, ਆਪਣੇ ਮੂੰਹ ਦੀ ਹੱਡੀ ਵੀ ਗਵਾ ਬੈਠਦਾ ਹੈ। ਐਸੀ ਹੀ ਸਿਚੁਏਸ਼ਨ ਇਨਸਾਨ ਦੇ ਨਾਲ ਹੁੰਦੀ ਹੈ। ਅਸੀਂ ਸੋਚਦੇ ਹਾਂ ਕਿ ਜੋ ਮੇਰੇ ਗੁਆਂਢੀ ਦੇ ਕੋਲ ਹੈ ਇਹ ਵੀ ਮੇਰੇ ਕੋਲ ਆ ਜਾਏ। ਬਸ ਇਸੇ ਚੱਕਰ ਦੇ ਵਿੱਚ ਫਸ ਕੇ ਆਪਣੀ ਜ਼ਿੰਦਗੀ ਜਿਹੜੀ ਹੈ ਅਸੀਂ ਉਹ ਵੇਸਟ ਕਰਨੀ ਸ਼ੁਰੂ ਕਰ ਦਿੰਦੇ ਹਾਂ। ਸਾਧ ਸੰਗਤ ਕਹਿੰਦੇ ਇੱਕ ਇਨਸਾਨ ਪਿੰਡ ਦੇ ਵਿੱਚ ਬੜਾ ਸੁਖੀ ਰਹਿੰਦਾ ਸੀ, ਬੜੀ ਆਰਾਮ ਦੀ ਜ਼ਿੰਦਗੀ ਜਿਉਂਦਾ ਸੀ। ਆਪਣੀ ਉਹਨੇ ਕਿਰਤ ਕਰਨੀ, ਓਨੈਸਟ ਲਿਵਿੰਗ, ਪਰਿਵਾਰ ਦੇ ਵਿੱਚ ਬੜੇ ਪਿਆਰ ਦੇ ਨਾਲ, ਬੜੇ ਸੁੱਖ ਦੇ ਨਾਲ, ਸ਼ਾਂਤੀ ਦੇ ਨਾਲ ਉਹਨੇ ਜ਼ਿੰਦਗੀ ਬਤੀਤ ਕਰਨੀ। ਜੋ ਮਿਲਣਾ ਉਹਦੇ ਵਿੱਚ ਹੀ ਉਹਨੇ ਸ਼ੁਕਰ ਕਰ ਲੈਣਾ। ਹੋਇਆ ਕੀ, ਕਹਿੰਦੇ ਉਹਦੇ ਘਰ ਦੇ ਵਿੱਚ ਕੋਈ ਇਨਸਾਨ ਆਉਂਦਾ ਹੈ, ਗੱਲਾਂ ਹੁੰਦੀਆਂ ਨੇ, ਗੱਲਾਂ ਬਾਤਾਂ ਦੇ ਵਿੱਚ ਉਹ ਜਿਹੜਾ ਗੈਸਟ ਆਇਆ ਹੈ ਉਹ ਪੁੱਛਦਾ ਹੈ ਕਿ ਤੇਰੇ ਕੋਲ ਜ਼ਮੀਨ ਕਿੰਨੀ ਕੁ ਹੈ। ਉਹ ਕਹਿੰਦਾ ਕਿ ਇੰਨੀ ਕੁ ਜ਼ਮੀਨ ਹੈ, ਥੋੜ੍ਹੀ ਜਿਹੀ ਜ਼ਮੀਨ ਹੈ, ਅਤੇ ਇਹਦੇ ਨਾਲ ਸਾਡੇ ਪਰਿਵਾਰ ਦਾ ਗੁਜ਼ਾਰਾ ਬੜੀ ਕਿਰਪਾ ਦੇ ਨਾਲ ਬੜਾ ਵਧੀਆ ਚੱਲਦਾ ਪਿਆ ਹੈ, ਬੜਾ ਸੁੱਖ ਹੈ, ਬੜਾ ਆਨੰਦ ਹੈ। ਅਤੇ ਉਹ ਗੈਸਟ ਪਤਾ ਕੀ ਕਹਿੰਦਾ, ਕਹਿੰਦਾ ਤੇਰੀ ਜ਼ਮੀਨ ਜਿਹੜੀ ਹੈ ਇਹ ਵੱਧ ਸਕਦੀ ਹੈ। ਆ ਜਦੋਂ ਇਹ ਲਫ਼ਜ਼ ਦੋ ਯੂਜ਼ ਕੀਤੇ ਨਾ, ਜ਼ਮੀਨ ਤੇਰੀ ਵੱਧ ਸਕਦੀ ਹੈ, ਬਸ ਇਹ ਇੱਦਾਂ ਕਹਿ ਲਈਏ ਕਿ ਉਹਦੇ ਅੰਦਰ ਲਾਲਚ ਦਾ ਬੀਜ ਬੀਜਣਾ ਸੀ। ਭਲਿਆ ਤੇਰੀ ਜ਼ਮੀਨ ਵੱਧ ਸਕਦੀ ਹੈ, ਕਿਵੇਂ? ਸਵਾਲ ਪੈਦਾ ਹੋ ਗਿਆ ਨਾ ਨਾਲ ਹੀ, ਕਿਵੇਂ? ਜਿਵੇਂ ਅੱਜ ਕੱਲ੍ਹ ਦੇ ਸੁਸਾਇਟੀ ਦੇ ਵਿੱਚ ਕਈ ਐਸੇ ਆਉਂਦੇ ਨੇ, ਉਹ ਕਹਿੰਦੇ ਨੇ ਤੁਸੀਂ ਇੰਨੇ ਪੈਸੇ ਇਨਵੈਸਟ ਕਰ, ਮੈਂ ਡਬਲ ਕਰਕੇ। ਡਬਲ ਹੋ ਜਾਣਗੇ? ਵਿਹਲੇ ਬੈਠੀਆਂ ਡਬਲ ਹੋ ਜਾਣਗੇ? ਆਹ ਲਾਲਚ ਹੈ। ਉਹ ਡਬਲ ਦੇ ਚੱਕਰ ਦੇ ਵਿੱਚ ਆਪਣੀ ਜਿਹੜੀ ਕੈਪੀਟਲ ਹੈ ਉਹ ਵੀ ਗਵਾ ਕੇ ਬੈਠ ਜਾਂਦੇ ਆ। ਉਹ ਕਹਿੰਦਾ ਤੇਰੀ ਡਬਲ ਹੋ ਜਾਏਗੀ, ਜ਼ਮੀਨ ਤੇਰੀ ਵੱਧ ਜਾਏਗੀ, ਕੀ ਕਰਨਾ ਪਏਗਾ? ਕਹਿੰਦਾ ਇੱਦਾਂ ਕਰ, ਤੂੰ ਰਾਜੇ ਦੇ ਕੋਲ ਜਾ, ਜਿਹੜਾ ਉਸ ਇਲਾਕੇ ਦਾ ਰਾਜਾ ਹੈ ਉਹਦੇ ਕੋਲ ਜਾ, ਰਾਜਾ ਬੜਾ ਚੰਗਾ ਹੈ, ਉਹ ਤੇਰੀ ਜ਼ਮੀਨ ਵਧਾ ਦੇਗਾ, ਜਿੰਨੀ ਜ਼ਮੀਨ ਤੂੰ ਉਹਦੇ ਕੋਲ ਮੰਗੇਗਾ ਉਹ ਤੈਨੂੰ ਦੇਗਾ ਜ਼ਰੂਰ। ਚਲਾ ਗਿਆ, ਜਾ ਕੇ ਮਿਲਿਆ ਰਾਜੇ ਨੂੰ, ਤੇ ਰਾਜੇ ਨੂੰ ਬੇਨਤੀ ਕੀਤੀ, ਕਹਿਣ ਲੱਗੇ ਰਾਜਨ ਮੇਰੇ ਕੋਲ ਜ਼ਮੀਨ ਹੈ ਪਰ ਥੋੜ੍ਹੀ ਹੈ, ਤੇ ਜੇਕਰ ਤੁਸੀਂ ਕਿਰਪਾ ਕਰੋ ਤੇ ਥੋੜ੍ਹੀ ਜਿਹੀ ਜ਼ਮੀਨ ਮੈਨੂੰ ਹੋਰ ਦੇ ਦਿਓ, ਤਾਂ ਕਿ ਮੇਰਾ ਗੁਜ਼ਾਰਾ ਜਿਹੜਾ ਹੈ ਉਹ ਥੋੜ੍ਹਾ ਹੋਰ ਚੰਗੀ ਤਰ੍ਹਾਂ ਚੱਲਣਾ ਸਟਾਰਟ ਹੋ ਜਾਏ। ਰਾਜੇ ਨੇ ਕਿਹਾ, ਕਹਿਣ ਲੱਗਾ ਭਲਿਆ ਤੂੰ ਇੱਦਾਂ ਕਰ, ਕੱਲ੍ਹ ਨੂੰ ਆਈ, ਜ਼ਮੀਨ ਤੈਨੂੰ ਮਿਲ ਜਾਏਗੀ, ਨੋ ਪ੍ਰੋਬਲਮ। ਅਗਲੇ ਦਿਨ ਜਾ ਹਾਜ਼ਰ ਹੋਇਆ ਜੀ ਰਾਜੇ ਦੇ ਦਰਬਾਰ ਦੇ ਵਿੱਚ। ਰਾਜਨ ਤੁਸੀਂ ਕਿਹਾ ਸੀ ਕੱਲ੍ਹ ਆਈ, ਮੈਂ ਹਾਜ਼ਰ ਹਾਂ, ਕਿਰਪਾ ਕਰੋ ਜ਼ਮੀਨ ਦਿਓ। ਰਾਜਾ ਕਹਿੰਦਾ ਮੈਂ ਜ਼ਮੀਨ ਤੈਨੂੰ ਜ਼ਰੂਰ ਦੇਵਾਂਗਾ। ਧਿਆਨ ਦਿਓ ਸਾਧ ਸੰਗਤ, ਜੋ ਕਰਨ ਵਾਸਤੇ ਆਏ ਸੀ ਉਹ ਨਹੀਂ ਕੀਤਾ। ਹੋਇਆ ਕੀ ਹੈ, ਪਰੇ ਉਹ ਲੋਭ ਕਹਿ ਫੰਦ। ਫੰਦ ਦਾ ਮਤਲਬ ਹੁੰਦਾ ਹੈ ਜੀ ਫਾਹੀ, ਨੂਜ਼। ਉਹ ਲਾਲਚ ਦੀ ਫਾਹੀ ਦੇ ਵਿੱਚ ਆਪਾਂ ਫਸ ਗਏ ਹਾਂ, ਬਸ ਨਿਕਲਿਆ ਨਹੀਂ ਜਾ ਰਿਹਾ ਉਹਦੇ ਵਿੱਚੋਂ, ਜ਼ਿੰਦਗੀ ਵੇਸਟ ਕਰੀ ਜਾ ਰਹੇ ਹਾਂ ਲਾਲਚ ਦੇ ਵਿੱਚ ਫਸ ਕੇ। ਰਾਜਾ ਕਹਿੰਦਾ ਮੈਂ ਤੈਨੂੰ ਜ਼ਮੀਨ ਦੇਵਾਂਗਾ ਪਰ ਇੱਕ ਸ਼ਰਤ ਹੈ। ਤੇ ਜਦੋਂ ਸ਼ਰਤ ਦਾ ਲਫ਼ਜ਼ ਸੁਣਿਆ ਰਾਜੇ ਦੀ ਜ਼ੁਬਾਨ ਤੋਂ, ਤੇ ਮਨ ਦੇ ਵਿੱਚ ਨਾ ਥੋੜ੍ਹੀ ਜਿਹੀ ਬੇਚੈਨੀ ਹੋਈ ਕਿ ਪਤਾ ਨਹੀਂ ਰਾਜੇ ਨੇ ਕਿਹੜੀ ਸ਼ਰਤ ਅੱਗੇ ਰੱਖ ਦੇਣੀ ਹੈ। ਤੇ ਹੁਣ ਰਾਜੇ ਦੇ ਸਾਹਮਣੇ ਖਲੋਤਾ, ਜ਼ਮੀਨ ਲੈਣੀ ਹੈ, ਤੇ ਕਹਿਣ ਲੱਗਾ ਜੀ ਜੋ ਕਹੋਗੇ ਪ੍ਰਵਾਨ ਹੈ। ਰਾਜਾ ਕਹਿੰਦਾ ਜ਼ਮੀਨ ਤੈਨੂੰ ਮਿਲ ਜਾਏਗੀ, ਪਰ ਕਰਨਾ ਕੀ ਪਏਗਾ, ਤੂੰ ਜਿੰਨੀ ਦੂਰ ਤੱਕ ਦੌੜੇਗਾ, ਜਿੰਨੀ ਦੂਰੀ ਤੂੰ ਦੌੜ ਕੇ ਤੈਅ ਕਰ ਲਏਗਾ,
ਜਿੱਥੋਂ ਤੱਕ ਤੂੰ ਪਹੁੰਚ ਗਿਆ ਓਨੀ ਜ਼ਮੀਨ ਤੇਰੀ। ਪਰ ਇੱਕ ਗੱਲ ਯਾਦ ਰੱਖੀ, ਜਿੱਥੇ ਵੀ ਤੂੰ ਪਹੁੰਚ ਜਾਏ ਉੱਥੋਂ ਮੁੜ ਕੇ ਮੇਰੇ ਕੋਲ ਵਾਪਸ ਆਉਣਾ ਹੈ, ਪਰ ਕੰਡੀਸ਼ਨ ਇਹ ਹੋਏਗੀ ਕਿ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਤੂੰ ਮੇਰੇ ਕੋਲ ਪਹੁੰਚਣਾ ਹੈ, ਤਾਂ ਤੈਨੂੰ ਜ਼ਮੀਨ ਮਿਲੇਗੀ, ਨਹੀਂ ਤੇ ਜ਼ਮੀਨ ਨਹੀਂ ਮਿਲਣੀ। ਧਿਆਨ ਦਿਓ ਸਾਧ ਸੰਗਤ, ਰਾਜਾ ਕਹਿੰਦਾ ਜਿੰਨੀ ਦੂਰੀ ਤੱਕ ਤੂੰ ਦੌੜ ਕੇ ਚਲਾ ਜਾਏਗਾ ਜ਼ਮੀਨ ਤੇਰੀ, ਜਿੱਥੇ ਪਹੁੰਚ ਗਿਆ। ਪਰ ਯਾਦ ਰੱਖੀ ਉੱਥੋਂ ਵਾਪਸ ਤੂੰ ਮੇਰੇ ਕੋਲ ਆਉਣਾ ਹੈ ਬਿਫੋਰ ਸਨਸੈਟ, ਸੂਰਜ ਡੁੱਬਣ ਤੋਂ ਪਹਿਲਾਂ ਮੇਰੇ ਕੋਲ ਪਹੁੰਚਣਾ ਹੈ ਤੂੰ। ਗੱਲ ਹੀ ਕੋਈ ਨਹੀਂ ਕਹਿੰਦਾ ਜੀ। ਉਹਨੇ ਦੌੜਨਾ ਸ਼ੁਰੂ ਕੀਤਾ, ਦੌੜਿਆ, ਬਹੁਤ ਦੌੜਿਆ। ਸਪੋਜ਼ ਕਰ ਲਓ ਕਿ 2-3 ਏਕੜ ਉਹ ਜ਼ਮੀਨ ਤੱਕ ਦੌੜ ਕੇ ਚਲਾ ਜਾਂਦਾ ਹੈ, ਤੇ ਮਨ ਚ ਆਉਂਦਾ ਹੈ ਕਿ ਵਾਪਸ ਮੁੜਾ, ਨਹੀਂ ਥੋੜਾ ਹੋਰ ਅੱਗੇ, ਥੋੜਾ ਹੋਰ ਅੱਗੇ ਜਾਂਦਾ ਹੈ। ਮਨ ਚ ਆਉਂਦਾ ਕਿ ਵਾਪਸ ਮੁੜਾ, ਨਹੀਂ ਥੋੜਾ ਹੋਰ ਅੱਗੇ, ਹੋਰ ਅੱਗੇ, ਹੋਰ ਅੱਗੇ ਕਰਦਿਆਂ ਕਰਦਿਆਂ ਬਹੁਤ ਦੂਰ ਚਲਾ ਜਾਂਦਾ ਹੈ। ਤੇ ਅਚਾਨਕ ਯਾਦ ਆਉਂਦੀ ਹੈ ਰਾਜੇ ਦੀ ਸ਼ਰਤ ਕਿ ਸੂਰਜ ਡੁੱਬਣ ਤੋਂ ਪਹਿਲਾਂ ਵਾਪਸ ਆਉਣਾ ਹੈ। ਉੱਥੋਂ ਵਾਪਸ ਮੁੜਦਾ ਹੈ, ਅੱਖ ਖੁੱਲਦੀ ਹੈ, ਨਹੀਂ ਹੋਰ ਅੱਗੇ ਨਹੀਂ, ਵਾਪਸ ਪਹੁੰਚਣਾ ਹੈ, ਵਾਪਸ ਪਹੁੰਚਾਂਗਾ ਤਾਂ ਜ਼ਮੀਨ ਮਿਲੇਗੀ। ਵਾਪਸ ਮੁੜਦਾ ਹੈ ਸਾਧ ਸੰਗਤ, ਪਰ ਤਦ ਤੱਕ ਨੂੰ ਬੜੀ ਦੇਰ ਹੋ ਚੁੱਕੀ ਹੁੰਦੀ ਹੈ। ਰਾਜੇ ਦੇ ਕੋਲ ਪਹੁੰਚਣ ਤੋਂ ਪਹਿਲਾਂ ਹੀ ਸੂਰਜ ਜਿਹੜਾ ਹੈ ਉਹ ਸੈੱਟ ਹੋ ਜਾਂਦਾ, ਛਿਪ ਜਾਂਦਾ, ਡੁੱਬ ਜਾਂਦਾ ਹੈ। ਤੇ ਇਹ ਕਿਸਾਨ ਕਹਿ ਲਈਏ, ਇਹ ਆਦਮੀ ਉਹਦੇ ਕੋਲ ਪਹੁੰਚਣ ਤੋਂ ਪਹਿਲਾਂ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਜਾਂਦਾ ਹੈ। ਦੌੜਿਆ, ਬਹੁਤ ਦੌੜਿਆ, ਬੜੀ ਜ਼ਮੀਨ ਉਹਨੇ ਕਵਰ ਕਰ ਲਈ, ਪਰ ਹੋਇਆ ਕੀ, ਮਿਲਿਆ ਕੁਛ ਵੀ ਨਹੀਂ। ਸੇਮ ਸਿਚੁਏਸ਼ਨ ਸਾਡੀ ਹੈ, ਅਸੀਂ ਦੌੜਦੇ ਹਾਂ, ਇਹ ਵੀ ਮਿਲ ਜਾਏ, ਇਹ ਵੀ ਮਿਲ ਜਾਏ, ਇਹ ਵੀ, ਬਸ ਵਾਪਸ ਆਉਣਾ ਹੀ ਭੁੱਲ ਜਾਂਦੇ ਹਾਂ। ਕਰਨੋ ਹੁਤੋ ਸੋ ਨਾ ਕੀਓ, ਦੌੜਦੇ ਬਹੁਤ ਹਾਂ ਪਰ ਵਾਪਸ ਆਉਣਾ ਭੁੱਲ ਜਾਂਦੇ। ਸਾਧ ਸੰਗਤ ਖਿਆਲ ਰਹੇ, ਆਪਣਾ ਕੰਮ ਕਰਨਾ, ਬਿਜ਼ਨਸ ਕਰਨਾ ਮਾੜਾ ਨਹੀਂ, ਕਰਨਾ ਚਾਹੀਦਾ ਹੈ, ਕਰਾਂਗੇ ਤਾਂ ਪਰਿਵਾਰ ਦਾ ਗੁਜ਼ਾਰਾ ਚੱਲੇਗਾ। ਪਰ ਜਦੋਂ ਗੁਜ਼ਾਰੇ ਤੋਂ ਵੱਧ ਕੇ ਇਹ ਵੀ ਮਿਲ ਜਾਏ, ਮੈਂ ਇਹ ਵੀ ਇਕੱਠਾ ਕਰ ਲਵਾਂ, ਇਹ ਵੀ ਇਕੱਠਾ ਕਰ ਲਵਾਂ, ਐਸੀ ਭਾਵਨਾ, ਐਸੀ ਅੰਦਰ ਦੀ ਸਿਚੁਏਸ਼ਨ ਬਣ ਜਾਂਦੀ ਹੈ ਨਾ, ਉੱਥੇ ਆਣ ਕੇ ਇਨਸਾਨ ਲਾਲਚੀ ਹੋ ਜਾਂਦਾ ਹੈ ਤੇ ਇਹ ਇਨਸਾਨ ਨੂੰ ਖਰਾਬ ਕਰਦਾ ਹੈ। ਇਸੇ ਕਰਕੇ ਸਤਿਗੁਰਾਂ ਨੇ ਵਾਰ-ਵਾਰ ਕਿਹਾ, ਕਹਿਣ ਲੱਗੇ ਲਾਲਚ ਛੁੱਡ ਹੋ ਅੰਧੇ ਹੋ, ਲਾਲਚ ਦੁੱਖ ਭਾਰੀ। ਕਹਿੰਦੇ ਲਾਲਚ ਨੂੰ ਛੱਡ ਦਿਓ, ਹੇ ਮਾਇਆ ਦੇ ਵਿੱਚ ਅੰਨੇ ਹੋਏ ਇਨਸਾਨ, ਲਾਲਚ ਨੂੰ ਛੱਡ, ਕਿਉਂਕਿ ਇਹ ਲਾਲਚ ਤੇਰੇ ਵਾਸਤੇ ਬੜਾ ਭਾਰੀ ਦੁੱਖ ਲੈ ਕੇ ਆਏਗਾ। ਤੇਰੇ ਜੀਵਨ ਦੇ ਵਿੱਚ ਤੈਨੂੰ ਦੁਖੀ ਬੜਾ ਕਰੇਗਾ ਇਹ ਲਾਲਚ। ਜਿੰਨੀ ਛੇਤੀ ਛੱਡ ਦੇਗਾ ਓਨਾ ਤੇਰੇ ਵਾਸਤੇ ਬੈਟਰ ਹੋਏਗਾ। ਕਹਿੰਦੇ ਇੱਕ ਪਿੰਡ ਦੇ ਵਿੱਚ ਇੱਕ ਦੁੱਧ ਵੇਚਣ ਵਾਲਾ ਰਹਿੰਦਾ ਸੀ। ਉਹਨੇ ਬੜਾ ਇਮਾਨਦਾਰੀ ਦੇ ਨਾਲ ਵਧੀਆ ਦੁੱਧ, ਜਿਹੜਾ ਹਾਈ ਕੁਆਲਿਟੀ ਦਾ ਦੁੱਧ ਹੈ, ਉਹ ਵੇਚਣਾ, ਤੇ ਪਿੰਡ ਦੇ ਲੋਕਾਂ ਨੇ ਉਹਦੇ ਕੋਲੋਂ ਬੜੀ ਖੁਸ਼ੀ ਦੇ ਨਾਲ ਉਹ ਦੁੱਧ ਖਰੀਦਣਾ, ਕਿਉਂਕਿ ਦੁੱਧ ਚੰਗਾ ਹੈ, ਕੁਆਲਿਟੀ ਚੰਗੀ ਹੈ, ਕੋਈ ਉਹਦੇ ਵਿੱਚ ਪਾਣੀ ਮਿਕਸ ਨਹੀਂ ਕਰਦਾ। ਜਦੋਂ ਕੁਝ ਸਮਾਂ ਹੋ ਗਿਆ ਨਾ ਦੁੱਧ ਵੇਚਦਿਆਂ, ਤੇ ਮਨ ਦੇ ਵਿੱਚ ਆਇਆ ਕਿ ਜੇਕਰ ਮੈਂ ਇਸੇ ਤਰ੍ਹਾਂ ਹੀ ਦੁੱਧ ਵੇਚਦਾ ਰਿਹਾ ਤੇ ਮੈਂ ਅਮੀਰ ਨਹੀਂ ਹੋ ਪਾਵਾਂਗਾ। ਇਸੇ ਤਰ੍ਹਾਂ ਮੇਰਾ ਗੁਜ਼ਾਰਾ ਤਾਂ ਵਧੀਆ ਚੱਲੇਗਾ, ਪਰ ਮੈਂ ਅਮੀਰ ਨਹੀਂ ਹੋ ਪਾਵਾਂਗਾ। ਮਨ ਦੇ ਵਿੱਚ ਇੱਕ ਵਿਚਾਰ ਆਇਆ ਕਿ ਕਿਉਂ ਨਾ ਮੈਂ ਦੁੱਧ ਦੇ ਵਿੱਚ ਪਾਣੀ ਮਿਲਾਉਣਾ ਸ਼ੁਰੂ ਕਰ ਦੇਵਾਂ। ਬਸ ਵਿਚਾਰ ਆਉਣ ਦੀ ਦੇਰ ਸੀ, ਪਾਣੀ ਮਿਲਾਉਣਾ ਸ਼ੁਰੂ ਕੀਤਾ। ਅੱਜ ਥੋੜਾ ਪਾਣੀ ਮਿਲਾਉਂਦਾ ਹੈ, ਲਾਲਚ ਵਧਣਾ ਸ਼ੁਰੂ ਹੋ ਗਿਆ ਨਾ, ਪੈਸੇ ਥੋੜ੍ਹੇ ਵੱਧ ਆਉਣ ਲੱਗੇ, ਲਾਲਚ ਹੋਰ ਵਧਣਾ, ਤੇ ਅੱਗੇ ਥੋੜਾ ਪਾਣੀ ਮਿਲਾਉਂਦਾ ਸੀ, ਹੁਣ ਅੱਧਾ ਦੁੱਧ ਤੇ ਅੱਧਾ ਪਾਣੀ ਹੋ ਗਿਆ ਹੈ। ਹੁਣ ਜਦੋਂ ਅੱਧਾ ਦੁੱਧ ਤੇ ਅੱਧਾ ਪਾਣੀ ਹੋਇਆ ਨਾ, ਤੇ ਪਿੰਡ ਦੇ ਲੋਕਾਂ ਨੇ 1-2 ਦਿਨ ਤਾਂ ਦੁੱਧ ਖਰੀਦਿਆ, ਤੀਜੇ ਚੌਥੇ ਦਿਨ ਆਣ ਕੇ ਤੇ ਕੰਪਲੇਨ ਕਰ ਦਿੱਤੀ, ਕਹਿਣ ਲੱਗਾ ਤੂੰ, ਅਸੀਂ ਤੈਨੂੰ ਪੈਸੇ ਦੁੱਧ ਦੇ ਦਿੰਦੇ ਆ, ਪਾਣੀ ਦੇ ਨਹੀਂ। ਉਹ ਕਹਿਣ ਲੱਗਾ ਦੁੱਧ ਉਹੀ ਹੈ, ਤੁਸੀਂ ਖਰੀਦਣਾ ਹੈ ਖਰੀਦੋ, ਨਹੀਂ ਖਰੀਦਣਾ ਨਾ ਖਰੀਦੋ, ਮੈਨੂੰ ਤੁਹਾਡੀ ਜ਼ਰੂਰਤ। ਲਾਲਚ ਬੰਦੇ ਨੂੰ ਅੰਨਾ ਕਰ ਦਿੰਦਾ, ਲਾਲਚ ਛੋਡੋ ਅੰਧੇ ਹੋ। ਲਾਲਚ ਨੇ ਅੰਨਾ ਕਰ ਦਿੱਤਾ ਇਨਸਾਨ ਨੂੰ। ਇਹ ਪਤਾ ਹੀ ਨਹੀਂ ਲੱਗਾ ਕਿ ਜਿਨ੍ਹਾਂ ਦੇ ਕਰਕੇ ਮੇਰਾ ਘਰ ਦਾ ਗੁਜ਼ਾਰਾ ਚੱਲਦਾ ਪਿਆ ਹੈ, ਉਹਨਾਂ ਦੇ ਨਾਲ ਜਦੋਂ ਮੈਂ ਧੋਖਾ ਕਰਦਾ ਪਿਆ, ਲਾਲਚ ਦੇ ਵਿੱਚ ਫਸ ਕੇ, ਮੇਰਾ ਹੀ ਨੁਕਸਾਨ ਹੋਏਗਾ। ਪਿੰਡ ਦੇ ਲੋਕਾਂ ਨੇ ਦੁੱਧ ਖਰੀਦਣਾ ਹੀ ਬੰਦ ਕਰ ਦਿੱਤਾ। ਫਿਰ ਉੱਥੇ ਹੀ ਆ ਗਿਆ, ਫਿਰ ਅੱਖਾਂ ਖੁੱਲ੍ਹੀਆਂ ਕਿ ਨਹੀਂ, ਮੈਨੂੰ ਇਮਾਨਦਾਰੀ ਦੇ ਨਾਲ ਆਪਣਾ ਬਿਜ਼ਨਸ ਕਰਨਾ ਚਾਹੀਦਾ ਸੀ, ਤਾਂ ਕਿ ਮੇਰੇ ਘਰ ਦਾ ਗੁਜ਼ਾਰਾ ਚੱਲਦਾ, ਬਹੁਤਾ ਨਹੀਂ ਤੇ ਬੜੀ ਆਰਾਮ ਦੇ ਨਾਲ, ਬੜੀ ਈਜ਼ਲੀ ਮੈਂ ਆਪਣੀ ਜ਼ਿੰਦਗੀ ਨੂੰ ਆਰਾਮਦਾਇਕ, ਕੰਫਰਟੇਬਲ ਸਪੈਂਡ ਕਰ ਸਕਦਾ ਸੀ। ਆਇਆ ਉੱਥੇ ਹੀ। ਸਾਧ ਸੰਗਤ ਜਿੰਨੀ ਛੇਤੀ ਹੋਵੇ ਨਾ, ਇਸ ਲਾਲਚ ਦੇ ਵਿੱਚੋਂ ਨਿਕਲ ਜਾਣਾ ਹੀ ਚੰਗਾ ਹੈ, ਕਿਉਂਕਿ ਇਹ ਲਾਲਚ, ਸਤਿਗੁਰੂ ਜੀ ਕਹਿੰਦੇ, ਇਨਸਾਨ ਦੀ ਜ਼ਿੰਦਗੀ ਨੂੰ ਬਰਬਾਦ ਕਰ ਦਿੰਦਾ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਵੀ ਕਿਹਾ,
ਪਤਾ ਕੀ ਕਹਿੰਦੇ, ਸ਼ਲੋਕ ਸਹਿਸਕ੍ਰਿਤੀ ਦੇ ਵਿੱਚ ਸਾਹਿਬ ਜੀ ਦਾ ਵਚਨ ਹੈ, ਕਹਿੰਦੇ ਹੇ ਲੋਭਾ ਲੰਪਟ ਸੰਗ ਸਿਰ ਮੋਰਾ, ਅਨਕ ਲਹਿਰੀ ਕਲੋਲ ਤੇ ਤਾਵੰਤ ਜੀਆ ਅਨਕ ਪ੍ਰਕਾਰੰ, ਅਨਕ ਭਾਂਤ ਬਹੁ ਡੋਲ ਤੇ, ਨਚ ਮਿੱਤਰੰ ਨਚ ਇਸ਼ਟੰ ਨਚ ਮਾਤ ਪਿਤਾ ਤਵ ਲੱਜਿਆ, ਅਕਰਨੰ ਕ੍ਰੋਧ। ਕਹਿੰਦੇ ਜਿਹੜਾ ਬੰਦਾ ਲਾਲਚੀ ਹੋ ਜਾਂਦਾ ਨਾ, ਜਿਹਦੇ ਅੰਦਰ ਲਾਲਚ ਨੇ ਜਗ੍ਹਾ ਲੈ ਲਈ, ਜਿਹਨੇ ਡੇਰਾ ਲਗਾ ਲਿਆ ਲਾਲਚ ਦੇ ਅੰਦਰ, ਸਤਿਗੁਰੂ ਜੀ ਕਹਿੰਦੇ ਉਹ ਇਨਸਾਨ ਨਾ ਤਾਂ ਆਪਣੇ ਮਿੱਤਰਾਂ ਦੀ ਸ਼ਰਮ ਕਰਦਾ ਜੇ, ਨਾ ਆਪਣੇ ਗੁਰੂ ਪੀਰ ਦੀ ਸ਼ਰਮ ਕਰਦਾ ਜੇ, ਨਾ ਆਪਣੇ ਮਾਂ ਪਿਓ ਦੀ ਹੀ ਉਹਨੂੰ ਸ਼ਰਮ ਰਹਿੰਦੀ ਜੇ। ਨਚ ਇਸ਼ਟੰ, ਇਸ਼ਟੰਗ ਦਾ ਮਤਲਬ ਹੈ ਜੀ ਗੁਰੂ। ਨਚ ਮਿੱਤਰੰਗ, ਮਿੱਤਰੰਗ ਦਾ ਮਤਲਬ ਹੈ ਮਿੱਤਰ, ਦੋਸਤ, ਫਰੈਂਡ। ਨਚ ਮਿੱਤਰੰਗ ਨਚ ਇਸ਼ਟੰਗ ਨਚ ਮਾਤ ਪਿਤਾ ਤਵ ਲੱਜਿਆ, ਲੱਜਿਆ ਦਾ ਮਤਲਬ ਹੁੰਦਾ ਹੈ ਸ਼ਰਮ, ਸ਼ੇਮ। ਅਕਰਨੰ ਕ੍ਰੋਧ, ਅਕਰਨੰ ਕ੍ਰੋਧ ਦਾ ਮਤਲਬ ਹੈ ਉਹ ਕੰਮ ਕਰਨਾ ਜਿਹੜਾ ਕਰਨਾ ਨਹੀਂ ਚਾਹੀਦਾ, ਉਹ ਕਰਨਾ ਸ਼ੁਰੂ ਕਰ ਦਿੰਦਾ ਹੈ। ਅਕਰਨੰ ਕ੍ਰੋਧ ਅਖਾਦ ਖਾਦਯੰ, ਅਖਾਦ ਖਾਦਯੰ ਦਾ ਮਤਲਬ ਹੈ ਉਹ ਚੀਜ਼ ਖਾਣੀ ਜਿਹੜੀ ਖਾਣੀ ਨਹੀਂ ਚਾਹੀਦੀ। ਸਪੋਜ਼ ਕਰੋ ਤੁਸੀਂ ਡਾਕਟਰ ਦੇ ਪਾਸ ਮੈਡੀਸਿਨ ਵਾਸਤੇ ਜਾਂਦੇ ਹੋ, ਉਹ ਤੁਹਾਨੂੰ ਦਵਾਈ ਦਿੰਦਾ ਹੈ ਤੇ ਨਾਲ ਪ੍ਰੀਕਾਸ਼ਨ ਕਹਿੰਦਾ ਨਾ ਇਹ ਤੁਸੀਂ ਚੀਜ਼ ਨਹੀਂ ਖਾਣੀ। ਜੇਕਰ ਤੁਹਾਨੂੰ ਜ਼ੁਕਾਮ ਹੋਇਆ ਹੈ, ਕੋਲਡ ਹੋਇਆ, ਤੁਹਾਡਾ ਗਲਾ ਖਰਾਬ ਹੈ, ਤੇ ਉਹ ਕਹੇਗਾ ਠੰਡਾ ਪਾਣੀ ਨਹੀਂ ਪੀਣਾ, ਖੱਟੀ ਚੀਜ਼ ਨਹੀਂ ਖਾਣੀ। ਇਹਨੂੰ ਆਪਾਂ ਕਵਾਂਗੇ ਅਖਾਦ, ਇਹ ਖਾਣ ਯੋਗ ਨਹੀਂ ਹੈ ਕਿਉਂਕਿ ਮੈਂ ਬਿਮਾਰ ਹਾਂ, ਡਾਕਟਰ ਨੇ ਮੈਨੂੰ ਮਨਾ ਕੀਤਾ ਹੈ, ਨਹੀਂ ਖਾ ਸਕਦਾ। ਪਰ ਲਾਲਚੀ ਬੰਦਾ ਅਖਾਦ ਖਾਦਯੰ, ਉਹ ਚੀਜ਼ਾਂ ਖਾਣੀਆਂ ਸ਼ੁਰੂ ਕਰ ਦਿੰਦਾ ਹੈ ਜਿਹੜੀਆਂ ਨਹੀਂ ਖਾਣੀਆਂ ਚਾਹੀਦੀਆਂ। ਹੁਣ ਕਿਹੜੀ ਨਹੀਂ ਖਾਣੀ ਚਾਹੀਦੀ? ਉਹ ਹੈ ਸਾਧ ਸੰਗਤ ਕਿਸੇ ਦਾ ਹੱਕ ਮਾਰਨਾ। ਹੱਕ ਨਹੀਂ ਮਾਰਨਾ ਚਾਹੀਦਾ ਕਿਸੇ ਦਾ, ਹੱਕ ਮਾਰ ਕੇ ਖਾਣਾ ਨਹੀਂ ਚਾਹੀਦਾ। ਗੁਰੂ ਨਾਨਕ ਸਾਹਿਬ ਨੇ ਮਲਕ ਭਾਗੋ ਨੂੰ ਇਹੀ ਤਾਂ ਗੱਲ ਸਮਝਾਈ ਸੀ। ਜਦੋਂ ਮਲਕ ਭਾਗੋ ਬ੍ਰਹਮ ਭੋਜ ਕਰਦਾ ਏ, ਇਲਾਕੇ ਦੇ ਸਾਰੇ ਜਿਹੜੇ ਪੰਡਿਤ ਨੇ, ਬ੍ਰਾਹਮਣ ਨੇ, ਉਹਨਾਂ ਨੂੰ ਭੋਜਨ ਵਾਸਤੇ ਆਪਣੇ ਘਰੇ ਬੁਲਾਉਂਦਾ ਹੈ। ਗੁਰੂ ਨਾਨਕ ਸਾਹਿਬ ਨੂੰ ਸੁਨੇਹਾ ਘੱਲਦਾ ਹੈ, ਗੁਰੂ ਸਾਹਿਬ ਨਹੀਂ ਜਾਂਦੇ, ਫਿਰ ਜ਼ਬਰਦਸਤੀ ਲੈ ਕੇ ਜਾਇਆ ਜਾਂਦਾ ਹੈ। ਤੇ ਗੁਰੂ ਨਾਨਕ ਸਾਹਿਬ ਉੱਥੇ ਮਲਕ ਭਾਗੋ ਨੂੰ ਇਹੀ ਤਾਂ ਕਹਿੰਦੇ ਨੇ ਕਿ ਮਲਕ ਭਾਗੋ, ਲਾਲੋ ਦੀ ਜਿਹੜੀ ਰੋਟੀ ਹੈ ਉਹ ਦੁੱਧ ਦੇ ਸਮਾਨ ਹੈ, ਤੇਰੀਆਂ ਪੂੜੀਆਂ ਜਿਹੜੀਆਂ ਨੇ ਇਹਨਾਂ ਪੂਰੀਆਂ ਦੇ ਵਿੱਚ ਗਰੀਬਾਂ ਦਾ ਲਹੂ ਭਰਿਆ ਪਿਆ ਹੈ, ਕਿਉਂਕਿ ਤੂੰ ਹੱਕ ਮਾਰਿਆ, ਲੁੱਟਿਆ ਹੀ ਲੋਕਾਂ ਨੂੰ। ਅਖਾਦ ਖਾਦਯੰ ਅਸਾਜਯੰ ਸਾਜ ਸਮਝਿਆ। ਸਤਿਗੁਰੂ ਜੀ ਕਹਿੰਦੇ ਜੇ ਇਹ ਲਾਲਚ ਇੰਨਾ ਖਤਰਨਾਕ ਹੈ ਤੇ ਫਿਰ ਇਹਦੇ ਕੋਲੋਂ ਬਚਿਆ ਕਿਵੇਂ ਜਾਵੇ? ਕਿਹੜਾ ਤਰੀਕਾ ਅਪਣਾਇਆ ਜਾਵੇ ਕਿ ਇਨਸਾਨ ਇਸ ਲਾਲਚ ਦੇ ਕੋਲੋਂ ਬਚ ਜਾਏ? ਤਰੀਕਾ ਇੱਕੋ ਹੀ ਹੈ ਸਾਧ ਸੰਗਤ। ਪਤਾ ਕੀ ਗੁਰੂ ਅਰਜਨ ਸਾਹਿਬ ਕਹਿੰਦੇ, ਤਰਾ ਤਰਾ ਸ਼ਰਨ ਸੁਆਮੀ ਵਿਗਿਆਬਤ ਨਾਨਕ ਹਰ ਨਰ ਹਰਾ। ਇਹਦੀ ਸ਼ਰਨ ਦੇ ਵਿੱਚ ਆ, ਗੁਰੂ ਦੀ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਚਲਾ ਜਾ ਤੇ ਹੱਥ ਜੋੜ ਕੇ ਬੇਨਤੀ ਕਰ। ਪਤਾ ਲੱਗ ਜਾਂਦਾ ਹੈ ਨਾ ਸਾਧ ਸੰਗਤ, ਜਦੋਂ ਅਸੀਂ ਲਾਲਚੀ ਹੋ ਜਾਂਦੇ ਹਾਂ, ਪਤਾ ਲੱਗ ਜਾਂਦਾ ਹੈ, ਆਪਣੇ ਆਪ ਨੂੰ ਫੀਲ ਹੁੰਦਾ ਹੈ ਕਿ ਮੈਂ ਕੀ ਕਰਦਾ ਪਿਆ। ਤੇ ਜੇ ਪਤਾ ਲੱਗ ਗਿਆ ਹੈ ਨਾ, ਤੇ ਬੜਾ ਚੰਗਾ ਹੋਵੇ ਜੇਕਰ ਗੁਰੂ ਦੇ ਦਰ ਤੇ ਆਣ ਕੇ ਇਹ ਬੇਨਤੀ ਕਰ ਦਈਏ, ਮੇਰੇ ਮਾਲਕ ਮੈਂ ਫਸ ਗਿਆ, ਤੂੰ ਆਪ ਹੀ ਕਿਰਪਾ ਕਰਕੇ। ਭਗਤ ਨਾਮਦੇਵ ਜੀ ਨੇ ਬੇਨਤੀ ਕੀਤੀ ਨਾ, ਕੀ ਕਿਹਾ ਭਗਤ ਨਾਮਦੇਵ ਜੀ ਨੇ? ਕਹਿੰਦੇ ਲੋਭ ਲਹਿਰ ਅਤ ਨੀਜਰ ਵਾਜੈ, ਕਾਇਆ ਡੂਬੈ ਕੇਸਵਾ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ, ਅਨਿਲ ਬੇੜਾ ਹਉ ਖੇਵ ਨਾ ਸਾਕਉ, ਤੇਰਾ ਪਾਰ ਨਾ ਪਾਇਆ ਬੀਠਲਾ, ਹੋ ਦਇਆਲ ਸਤਿਗੁਰ ਮੇਲ ਤੂੰ ਮੋਕਉ, ਪਾਰ ਉਤਾਰੇ ਕੇਸ਼ਵਾ, ਨਾਮਾ ਕਹਿ ਹਉ ਤਰ ਭੀ ਨਾ ਜਾਣੋ। ਮੈਨੂੰ ਨਹੀਂ ਪਤਾ ਕਿ ਕਿਵੇਂ ਇਹਦੇ ਕੋਲੋਂ ਬਚਿਆ ਜਾਣਾ ਹੈ। ਮੈਂ ਲੋਭ ਦੀਆਂ ਲਹਿਰਾਂ ਦੇ ਵਿੱਚ ਫਸ ਗਿਆ, ਲੋਭ ਨੇ ਮੈਨੂੰ ਆਪਣੇ ਜਾਲ ਦੇ ਵਿੱਚ ਜਕੜ ਲਿਆ ਹੈ, ਲੋਭ ਦੀ ਫਾਹੀ, ਲੋਭ ਦੀ ਨੂਸ ਮੇਰੇ ਗਲੇ ਦੇ ਵਿੱਚ ਪੈ ਗਈ ਹੈ, ਮੇਰੇ ਕੋਲ ਨਿਕਲਿਆ ਨਹੀਂ ਜਾ ਰਿਹਾ। ਨਾਮਾ ਕਹੇ ਹਉ ਤਰ ਭੀ ਨਾ ਜਾਣੋ, ਬਾਪ ਬੀਠਲਾ ਬਾਂਹ ਦੇ। ਸਹਾਰਾ ਮੰਗੀਏ ਗੁਰੂ ਦੇ ਕੋਲੋਂ, ਗੁਰੂ ਹੀ ਕਿਰਪਾ ਕਰੇਗਾ ਤੇ ਇਹ ਲਾਲਚ ਦੀ ਫਾਹੀ ਜਿਹੜੀ ਹੈ ਨਾ ਗਲੇ ਦੇ ਵਿੱਚੋਂ ਨਿਕਲੇਗੀ। ਤੇ ਜਿਸ ਦੇ ਗਲੇ ਦੇ ਵਿੱਚੋਂ ਇਹ ਫਾਹੀ ਨਿਕਲ ਗਈ, ਫਿਰ ਉਸ ਨੂੰ ਪਤਾ ਲੱਗੇਗਾ ਕਿ ਮੈਂ ਆਇਆ ਇਸ ਸੰਸਾਰ ਦੇ ਵਿੱਚ ਕਰਨ ਕੀ ਸੀ ਤੇ ਕੀ ਕਰਦਾ ਰਹਿ ਗਿਆ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਪਏ ਨੇ ਨਾ ਜੀ, ਕਰਨੋ ਹੁਤੋ ਸੋ ਨਾ ਕੀਓ, ਜੋ ਕਰਨਾ ਸੀ ਉਹ ਮੈਂ ਨਹੀਂ ਕੀਤਾ। ਕਿਉਂ ਨਹੀਂ ਕੀਤਾ? ਕਿਉਂਕਿ ਪਰਿਓ ਲੋਭ ਕੈ ਫੰਦ, ਲੋਭ ਦੀ ਫਾਹੀ ਦੇ ਵਿੱਚ ਮੈਂ ਫਸ ਗਿਆ। ਕਬੀਰ ਸਾਹਿਬ ਨੇ ਬੜੀ ਪਿਆਰੀ ਗੱਲ ਕਹੀ, ਕਹਿੰਦੇ ਕਵਨ ਕਾਜ ਸਿਰਜੇ ਜਗ ਭੀਤਰ, ਜਨਮ ਕਵਨ ਫਲ ਪਾਇਆ। ਕਿਸ ਕੰਮ ਵਾਸਤੇ ਪ੍ਰਮਾਤਮਾ ਨੇ ਮੈਨੂੰ ਕ੍ਰੀਏਟ ਕੀਤਾ ਸੀ ਤੇ ਮੈਂ ਕੀਤਾ ਕੀ? ਰੱਬ ਨੇ ਕਿਉਂ ਮੈਨੂੰ ਪੈਦਾ ਕੀਤਾ ਤੇ ਮੈਂ ਕੀ ਕੀਤਾ?
ਕਵਨ ਕਾਜ ਸਿਰਜੇ ਜਗ ਭੀਤਰ, ਜਨਮ ਕਵਨ ਫਲ ਪਾਇਆ, ਭਾਵ ਨਿਧ ਤਰਨ ਤਾਰਨ ਚਿੰਤਾ ਮਨ, ਇੱਕ ਨਿਮਖ ਨਾ ਇਹ ਮਨ ਲਾਏ। ਇੱਕ ਨਿਮਖ, ਇੱਕ ਪਲ ਵਾਸਤੇ ਵੀ ਮੈਂ ਆਪਣੇ ਮਨ ਨੂੰ ਇਹਦੇ ਨਾਲ ਨਹੀਂ ਜੋੜਿਆ। ਤੇ ਜੇ ਜੋੜਾਂਗਾ ਨਹੀਂ ਤੇ ਫਿਰ ਇਹੀ ਹਾਲ ਹੋਏਗਾ ਨਾ ਜੀ, ਕਰਨੋ ਹੁਤੋ ਸੋ ਨਾ ਕੀਓ, ਪਰਿਓ ਲੋਭ ਕੈ ਫੰਦ। ਤੇ ਜੇ ਲੋਭ ਦੀ ਫਾਹੀ ਦੇ ਵਿੱਚ ਫਸ ਗਿਆ, ਨਾਨਕ ਸਮਿਓ ਰਮ ਗਇਓ, ਅਬ ਕਿਉਂ ਰੋਵਤ ਅੰਧ। ਫਿਰ ਪਛਤਾਵੇ ਤੋਂ ਇਲਾਵਾ ਰਹਿ ਕੀ ਜਾਂਦਾ ਹੈ। ਇੱਕ ਸਟੂਡੈਂਟ ਸਾਰਾ ਸਾਲ ਵੇਸਟ ਕਰਦਾ ਹੈ, ਸਟੱਡੀ ਕਰੇ ਹੀ ਨਾ, ਤੇ ਐਗਜ਼ਾਮ ਦੇ ਦਿਨਾਂ ਦੇ ਵਿੱਚ ਆਣ ਕੇ ਭੱਜ ਦੌੜ ਕਰਨੀ ਸ਼ੁਰੂ ਕਰਦਾ ਹੈ। ਉਹਦੇ ਭੱਜਣ ਦਾ ਨੱਸਣ ਦਾ ਕੋਈ ਉੱਥੇ ਫਾਇਦਾ ਨਹੀਂ ਜੇ ਰਹਿ ਜਾਂਦਾ, ਕਿਉਂਕਿ ਉਸਨੇ ਸਮਾਂ ਗਵਾ ਦਿੱਤਾ। ਲਾਸਟ ਟਾਈਮ ਤੇ ਆਣ ਕੇ ਕੀ ਹੋਏਗਾ? ਪਛਤਾਵਾ ਹੀ। ਪਛਤਾਵੇ ਤੋਂ ਵੱਧ ਕੇ ਕੁਝ ਨਹੀਂ। ਇੱਕ ਸੇਇੰਗ ਵੀ ਹੈ ਨਾ, ਅਬ ਪਛਤਾਏ ਕਿਆ ਹੋਤ ਹੈ, ਜਬ ਚਿੜੀਆ ਚੁਗ ਗਈ ਖੇਤ। ਜਦੋਂ ਦਾਣੇ ਹੀ ਚਿੜੀ ਚੁਗ ਗਈ ਹੈ ਖੇਤ ਦੇ ਵਿੱਚੋਂ, ਰਖਵਾਲੀ ਮੈਂ ਕੀਤੀ ਕੋਈ ਨਹੀਂ, ਤੇ ਹੁਣ ਪਛਤਾਉਣ ਦਾ ਕੀ ਫਾਇਦਾ? ਸਤਿਗੁਰੂ ਜੀ ਕਹਿੰਦੇ ਨਾਨਕ ਸਮਿਓ ਰਮ ਗਇਓ, ਸਮਾਂ ਲੰਘ ਗਿਆ ਹੈ, ਅਬ ਕਿਉਂ ਰੋਵਤ ਅੰਧ। ਕਹਿੰਦੇ ਹੁਣ ਕਿਉਂ ਰੋਣਾ ਹੈ? ਤੈਨੂੰ ਸਮਝਾਇਆ ਸੀ, ਤੈਨੂੰ ਸਮਝਾਇਆ ਸੀ, ਵਾਰ-ਵਾਰ ਆਵਾਜ਼ ਮਾਰੀ ਸੀ ਕਿ ਭਲਿਆ ਇਹ ਲਾਲਚ ਬੜਾ ਖਤਰਨਾਕ ਹੈ, ਲਿਉਂ ਲਿਉਂ ਕਰਤ ਫਿਰੈਂ ਸਭ ਲੋਕ। ਸਾਰੇ ਲੋਕ ਜਿਹੜੇ ਨੇ ਇਸ ਲਾਲਚ ਦੇ ਵਿੱਚ ਫਸੇ ਹੋਏ ਨੇ। ਪੁਕਾਰ ਪੁਕਾਰ ਕੇ ਉਹਨਾਂ ਨੂੰ ਕਿਹਾ ਗਿਆ ਕਿ ਇਹਦੇ ਵਿੱਚੋਂ ਨਿਕਲੋ, ਪਰ ਸੁਣੀ ਕਿਸੇ ਨੇ ਨਹੀਂ। ਤੇ ਹੁਣ ਪਛਤਾਉਣ ਦਾ ਫਾਇਦਾ ਕੋਈ ਨਹੀਂ। ਤੇ ਸਾਧ ਸੰਗਤ ਖਿਆਲ ਕਰਿਓ, ਸਾਹਿਬ ਜੀ ਨੇ ਇੱਕ ਚੇਤਾਵਨੀ ਵੀ ਦਿੱਤੀ, ਅਲਰਟ ਵੀ ਕੀਤਾ ਸਾਨੂੰ। ਪਤਾ ਕਿਸ ਗੱਲ ਤੋਂ? ਸਤਿਗੁਰੂ ਜੀ ਕਹਿੰਦੇ ਜਿਹੜਾ ਐਸਾ ਲਾਲਚੀ ਬੰਦਾ ਹੈ ਨਾ, ਇਹਦੇ ਕੋਲੋਂ ਬਚ ਕੇ ਰਿਓ। ਲੋਭੀ ਕਾ ਵੇਸਾ ਨਾ ਕੀਜੈ, ਜੇ ਕਾ ਪਾਰ ਵਸਾਏ, ਅੰਤ ਕਾਲ ਤਿਥੈ ਧੁਹੈ, ਜਿੱਥੇ ਹੱਥ ਨਾ ਪਾਏ, ਮਨ ਮੁਖ ਸੇਤੀ ਸੰਗ ਕਰੇ। ਸਤਿਗੁਰੂ ਜੀ ਕਹਿੰਦੇ ਜੇ ਇਸ ਲਾਲਚੀ ਬੰਦੇ ਦਾ ਤੂੰ ਵਿਸ਼ਵਾਸ ਕਰੇਗਾ, ਇਹ ਤੈਨੂੰ ਧੋਖਾ ਦੇਵੇਗਾ। ਜਿਸ ਨੂੰ ਆਪਣੇ ਮਿੱਤਰਾਂ ਦੀ, ਆਪਣੇ ਗੁਰੂ ਦੀ, ਗੁਰੂ ਅਰਜਨ ਸਾਹਿਬ ਨੇ ਕਿਹਾ ਨਾ, ਆਪਣੇ ਮਾਂ ਪਿਓ ਦੀ ਸ਼ਰਮ ਨਹੀਂ, ਉਹ ਤੇਰਾ ਭਲਾ ਕਿਵੇਂ ਕਰੇਗਾ? ਧੋਖਾ ਦੇਵੇਗਾ ਤੈਨੂੰ। ਬਚ ਕੇ ਰਹੀਂ। ਮਨਮੁਖ ਸੇਤੀ ਸੰਗ ਕਰੇ, ਮੋਹ ਕਾਲਖ ਦਾਗ ਲਗਾਏ, ਮੋਹ ਕਾਲੇ ਤਿੰਨ ਲੋਭੀਆਂ, ਜਾਸਨ ਜਨਮ ਗਵਾਏ। ਗੁਰੂ ਸਾਹਿਬ ਕਹਿੰਦੇ ਉਹ ਮੂੰਹ ਕਾਲਾ ਲੈ ਕੇ ਇਸ ਦੁਨੀਆ ਤੋਂ ਜਾਂਦੇ ਨੇ। ਕੌਣ? ਜਿਹੜੇ ਲਾਲਚੀ ਹੋ ਜਾਂਦੇ ਨੇ। ਸਾਧ ਸੰਗਤ ਇਹੀ ਗੱਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸਾਨੂੰ ਸਮਝਾਈ ਹੈ। ਜ਼ਿੰਦਗੀ ਜਿਉਣ ਵਾਸਤੇ ਰੱਬ ਦਾ ਤਾਂ ਦਿੰਦਾ ਪਿਆ ਹੈ, ਅਸੀਂ ਮਿਹਨਤ ਕਰਦੇ ਹਾਂ। ਉਸ ਮਿਹਨਤ ਦਾ ਫਲ ਕੀ ਮਿਲਦਾ ਹੈ ਕਿ ਸਾਨੂੰ ਆਪਣੇ ਜੀਵਨ ਨੂੰ, ਆਪਣੇ ਪਰਿਵਾਰ ਨੂੰ ਸਹੀ ਤਰ੍ਹਾਂ ਦੇ ਨਾਲ ਉਹਨਾਂ ਦਾ ਗੁਜ਼ਾਰਾ ਕਰਨ ਵਾਸਤੇ ਮਾਇਆ ਮਿਲ ਰਹੀ ਹੈ। ਉਹਦੇ ਵਿੱਚ ਹੀ ਸ਼ੁਕਰਾਨਾ ਚਾਹੀਦਾ ਹੈ। ਸੰਤੋਖ, ਜਿੱਥੇ ਸੰਤੋਖ ਨਹੀਂ ਹੁੰਦਾ ਉੱਥੇ ਲਾਲਚ ਹੁੰਦਾ ਹੈ, ਤੇ ਜਿੱਥੇ ਸੰਤੋਖ ਆ ਗਿਆ ਉੱਥੇ ਲਾਲਚ ਨਹੀਂ ਹੁੰਦਾ। ਬਸ ਸੰਤੋਖੀ ਬਣਨ ਦੀ ਲੋੜ ਹੈ। ਜਿਹੜਾ ਸੰਤੋਖੀ ਹੋ ਗਿਆ, ਜਿਸ ਨੂੰ ਸੈਟਿਸਫੈਕਸ਼ਨ ਮਿਲ ਗਈ, ਜੋ ਉਹਦੇ ਕੋਲ ਹੈ ਉਹਦੇ ਵਿੱਚ ਹੀ ਜੇਕਰ ਉਹ ਖੁਸ਼ ਹੈ ਤੇ ਲਾਲਚ ਉਹਦੇ ਅੰਦਰ ਆ ਨਹੀਂ ਸਕਦਾ। ਪਰ ਜੇ ਸੈਟਿਸਫੈਕਸ਼ਨ ਨਹੀਂ ਹੈ, ਜੇ ਉਹਦੇ ਵਿੱਚ ਹੀ ਉਹ ਸੰਤੋਖੀ ਨਹੀਂ ਹੈ, ਤੇ ਲਾਲਚ ਜਿਹੜਾ ਉਹਨੂੰ ਦੁਖੀ ਕਰੇਗਾ। ਸਤਿਗੁਰੂ ਜੀ ਕਹਿੰਦੇ ਤੂੰ ਸੰਤੋਖ ਨੂੰ ਜੀਵਨ ਦਾ ਆਧਾਰ ਬਣਾ। ਗੁਰੂ ਦੇ ਅੱਗੇ ਆਣ ਕੇ ਬੇਨਤੀ ਕਰ, ਅਰਜ਼ੋਈ ਕਰ। ਗੁਰੂ ਰਹਿਮਤ ਕਰਕੇ ਤੈਨੂੰ ਇਸ ਲੋਭ ਦੀਆਂ ਲਹਿਰਾਂ ਦੇ ਵਿੱਚੋਂ ਬਚਾ ਕੇ ਤੇਰੇ ਅੰਦਰ ਸੰਤੋਖ ਬਖਸ਼ਿਸ਼ ਕਰ ਦੇਗਾ। ਸਤਿਗੁਰੂ ਜੀ ਰਹਿਮਤ ਕਰਨ। ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਹੋਇਆ ਪਾਵਨ ਬਚਨ ਕਿਤੇ ਸਮਝ 'ਚ ਆ ਜਾਏ। ਕਰਨੋ ਹੁਤੋ ਸੋ ਨਾ ਕੀਓ, ਪਰਿਓ ਲੋਭ ਕੈ ਫੰਦ। ਨਾਨਕ ਸਮਿਓ ਰਮ ਗਇਓ, ਅਬ ਕਿਉਂ ਰੋਵਤ ਅੰਧ। ਐਸਾ ਨਾ ਹੋਵੇ ਕਿ ਸਾਨੂੰ ਵੀ ਅੰਤ ਨੂੰ ਪਛਤਾਉਣਾ ਪਵੇ, ਰੋਣਾ ਪਵੇ। ਸੋ ਅਜੇ ਸਮਾਂ ਹੈ, ਸਮਝ ਜਾਈਏ। ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕਰੀਏ ਜੀ। ਭੁੱਲਾਂ ਦੀ ਖਿਮਾ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।